ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਜੀ। ਸਭ ਵਧੀਆ, ਕੀ ਹਾਲ ਚਾਲ? ਹਾਂ ਬਸ ਜੀ ਮਿਹਰਬਾਨੀਆਂ। ਦੇਖੋ ਇਸ ਤਰ੍ਹਾਂ ਹੁੰਦਾ ਅਰਸ਼ ਵੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਸਦਾ ਉੱਪਰ ਨਹੀਂ ਜਾ ਸਕਦੀ ਤੇ ਕੋਈ ਚੀਜ਼ ਸਦਾ ਥੱਲੇ ਨਹੀਂ ਡਿੱਗ ਸਕਦੀ। ਕਦੇ ਕਰਕੇ ਜਿਹੜੇ ਸਿਆਣੇ ਆ ਨਾ ਉਹ ਇਹ ਕਹਿ ਕੇ ਗਏ ਵੀ ਜਿਹੜਾ ਵਿਚਕਾਰਲਾ ਰਾਹ ਹੁੰਦਾ ਨਾ ਵੀ ਇਹ ਸਦਾ ਬੈਸਟ ਵੇ ਹੁੰਦਾ। ਸੋ ਮਿਡਲ ਵੇ ਜਿਹੜਾ ਹੁੰਦਾ ਨਾ ਇਹ ਸਦਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਸਾਵੀਂ ਚਾਲ ਤੇ ਤੋਰ ਕੇ ਰੱਖਦਾ। ਪਰ ਇਹ ਚੋਰ ਚੱਕਿਆਂ ਦੇ ਰਾਹਾਂ ਤੇ ਜਦੋਂ ਲੋਕ ਤੁਰਨਗੇ ਆਪਣੇ ਦੇਸ਼ ਬਦਲ ਕੇ ਵੀ, ਤੇ ਫਿਰ ਅਕਸਰ ਨਾ ਜਦੋਂ ਹੱਥ ਪੈਂਦਾ ਜਾਵੇ ਤੇ ਹੌਸਲਾ ਵੱਧਦਾ ਜਾਂਦਾ ਵੀ ਮੇਰੇ ਜਿੰਨਾ ਚਾਤਰ ਕੋਈ ਨਹੀਂ, ਮੇਰੇ ਜਿੰਨੀ ਸਿਆਣੀ ਕੋਈ ਨਹੀਂ। ਤੇ ਮੈਂ ਜਾਣੀ ਕਿ ਵੀ ਇੱਥੇ ਜਿੱਥੇ ਮੇਰਾ ਹੱਥ ਕਿਸੇ ਸਰਕਾਰੀ ਸਿਸਟਮ 'ਚ ਪੈ ਗਿਆ ਵੀ ਲੁੱਟ ਮਾਰ ਮਚਾ ਕੇ ਜਿੱਦਾਂ ਮਰਜ਼ੀ ਆਪਣੇ ਘਰ ਭਰੀ ਜਾਵਾਂ ਵੀ ਮੈਨੂੰ ਪੁੱਛਣ ਵਾਲਾ ਕੋਈ ਨਹੀਂ ਜੀ। ਪਰ ਇਹ ਜਿਹੜੇ ਮੁਲਕ ਨੰਬਰ 1 ਆ ਅਰਸ਼ੇ ਕਿਸੇ ਵਜ੍ਹਾ ਕਰਕੇ ਨੰਬਰ 1 ਸੀ। ਲੋਕਾਂ ਦਾ, ਮਨੁੱਖਾਂ ਦਾ ਕਿਰਦਾਰ, ਉਹਨਾਂ ਨੂੰ ਜਾਣੀ ਸਤਿਕਾਰ ਦਿੱਤਾ ਜਾਂਦਾ ਸੀ। ਉਹ ਜੋ ਗੱਲ ਕਹਿ ਦਿੰਦੇ ਸੀ ਉਹ ਮੰਨ ਲਈ ਜਾਂਦੀ ਸੀ। ਉਹਨਾਂ ਦਾ ਕਿਰਦਾਰ ਵੀ ਇੱਦਾਂ ਦਾ ਬਲਵਾਨ ਬਣਾਇਆ ਜਾਂਦਾ ਸੀ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ। ਤੇ ਉਹ ਸਿਸਟਮ ਨੂੰ ਇੱਦਾਂ ਅਗਵਾ ਨਹੀਂ ਸੀ ਕਰਦੇ, ਇੱਦਾਂ ਦਾ ਉਹਨਾਂ ਦਾ ਕਿਰਦਾਰ ਨਹੀਂ ਸੀ ਹੁੰਦਾ। ਜਾਣੀ ਜਿੰਨਾ ਕੁ ਚਾਹੀਦਾ ਸੀ ਉਹਨਾਂ ਲੈ ਲੈਂਦੇ ਸੀ, ਆਪਣਾ ਜੀਵਨ ਵਧੀਆ ਜੀ ਲੈਂਦੇ ਸੀ। ਇਹ ਨਹੀਂ ਸੀਗਾ ਵੀ ਜੇ ਕਿਤੇ ਹੱਥ ਪੈ ਗਿਆ ਸੰਤ ਸਿੰਘ ਜੀ ਮਸਕੀਨ ਦੇ ਕਹਿਣ ਵਾਂਗੂ ਤੇ ਵੱਡੇ ਤੋਂ ਵੱਡੇ ਜਾਣੀ ਚੋਰ ਜਾਂ ਚੋਰ ਨਹੀਂ ਬਣਨਾ। ਪਰ ਇਹ ਗੱਲਾਂ ਇਹ ਹੁਣ ਪਿਛਲੇ 20-25-30 ਸਾਲਾਂ ਤੋਂ ਇੱਥੇ ਆਪਾਂ ਦੇਖ ਰਹੇ ਹਾਂ ਵੀ ਗਰੋ ਹੀ ਹੋ ਰਿਹਾ ਸਭ ਕੁਝ। ਸਾਰੀ ਤਰ੍ਹਾਂ ਦੀਆਂ ਬੇਈਮਾਨੀਆਂ, ਧਾਂਦਲੀਆਂ, ਯੂ ਨੇਮ ਇਟ ਵੀ, ਹੈ ਨਾ। ਕਿਹੜੇ ਆਪਣੇ ਫਿਰ ਉਹ ਸਵਾਲ ਦਾ ਤਦੇ ਤੇ ਜਵਾਬ ਨਹੀਂ ਅੱਜ ਤੱਕ ਮਿਲਦਾ ਵੀ ਕਿਹੜਾ ਉਹ ਕਾਰੋਬਾਰ ਬਚ ਗਿਆ ਕੈਨੇਡਾ ਦੇ ਵਿੱਚ ਜਿੱਥੇ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਦੀ ਹਾਜ਼ਰੀ ਵਧੀ, ਉਹਦਾ ਸਤਿਆਨਾਸ਼ ਨਹੀਂ ਹੋਇਆ। ਤੇ ਜਾਂ ਫਿਰ ਹਜੇ ਵਿਦੇਸ਼ਾਂ ਤੋਂ ਆਏ ਲੋਕ ਉਸ ਕਾਰੋਬਾਰ ਦੇ ਵਿੱਚ ਕਿਸੇ ਦੇ ਵਿੱਚ ਜਿਹਦੇ 'ਚ ਨਹੀਂ ਜਾ ਸਕੇ, ਉਹਦਾ ਫੇਰ ਵੀ ਬੇੜਾ ਗਰਕ ਹੋ ਗਿਆ ਹੋਵੇ। ਕੋਈ ਨਹੀਂ ਇਹਦਾ ਜਵਾਬ ਦੇ ਸਕਿਆ ਅੱਜ ਤੱਕ। ਸੋ ਉਹਦੀਆਂ ਉਦਾਹਰਨਾਂ ਹੁਣ ਸਾਹਮਣੇ ਆ ਰਹੀਆਂ ਲਗਾਤਾਰਤਾ ਦੇ ਨਾਲ ਵੀ ਜਿਹੜਾ ਪਾਪ ਦਾ ਸ਼ਾਇਦ ਭਾਂਡਾ ਆ ਕਿਤੇ ਨਾ ਕਿਤੇ ਜਾ ਕੇ ਭਰ ਵੀ ਜਾਂਦਾ ਤੇ ਫਿਰ ਇਹ ਜਿਹੜੀ ਲੈਣੀ ਦੇ ਦੇਣੀ ਪੈ ਜਾਂਦੇ। ਆਪਾਂ ਪਿੱਛੇ ਖਬਰ ਸਾਂਝੀ ਕਰ ਲਈ ਸੀ ਵੀ ਹੁਣ ਉਹ ਇਕੱਲੀ ਸਜ਼ਾ ਹੀ ਨਹੀਂ ਦਿੰਦੇ, ਇਕੱਲਾ ਚਾਰਜ ਹੀ ਨਹੀਂ ਕਰਦੇ। ਜਿਹੜਾ ਆਪਾਂ ਪਖੰਡ ਬਣਾਇਆ ਸੀ ਨਾ ਵੀ ਇੱਥੇ ਜੱਜਾਂ ਤੇ ਜੱਜ, ਵਕੀਲ, ਪੁਲਿਸਾਂ ਕੁਝ ਕਰਦੇ ਨਹੀਂ, ਵੀ ਹੁਣ ਉਹ ਨਾਲ ਇਹ ਜਿਹੜੀ ਧਾਂਦਲੀਆਂ ਨਾਲ ਕਮਾਈ ਪ੍ਰੋਪਰਟੀ 3-3 ਘਰਾਂ ਦੇ ਗਰਾਜ ਹੋਣ ਭਾਵੇਂ ਉਹ ਵੀ ਨੱਥੀ ਹੁੰਦੇ ਆ ਜੀ। ਵੀ ਜਦੋਂ ਕਨਵਿਕਟ ਹੋ ਗਿਆ ਵਿਅਕਤੀ ਨਾਲ ਉਹ ਪ੍ਰੋਪਰਟੀ ਵੀ ਚਲੀ ਜਾਣੀ, ਕਿਉਂਕਿ ਪਾਪ ਨਾਲ ਕਮਾਈ ਸੀ ਸਰਕਾਰ ਦਾ ਸਿਸਟਮ ਅਗਵਾ ਕਰਕੇ, ਉਹਦਾ ਮਿਸਯੂਜ਼ ਕਰਕੇ। ਸੋ ਹੁਣ ਇਹਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਫਿਰ ਸਾਹਮਣੇ ਆਉਂਦਾ ਵੀ ਲੋਕ ਨਾਲ ਰਲੇ ਹੋਏ ਆ, ਹਨਾ। ਵੀ 5-6-7 ਕੋਈ ਫੜ ਹੋਏ ਨੇ ਤੇ ਉਹਨਾਂ ਦੇ ਗਾਂ ਕਸਟਮਰ ਆ ਜਿਹੜੇ ਉਹਨਾਂ ਦੀ ਉਹ ਨਜਾਇਜ਼ ਸਰਵਿਸਿਜ਼ ਦਾ ਫਾਇਦਾ ਉਠਾ ਰਹੇ ਸੀ। 200, 300 ਜਾਣੀ ਹਜ਼ਾਰਾਂ ਵੀ ਹੋ ਸਕਦੇ ਆ। ਸੋ ਏਦਾਂ ਆ ਜੀ ਵੀ ਫਿਰ ਇਹ ਤੋਂ ਗਾਂ ਹੁਣ ਦੇਖ ਲਓ ਵੀ ਆਪਾਂ ਕਹਿੰਦੇ ਹਾਂ ਵੀ ਇੱਕ ਮੁਲਕ ਹੈ, ਵਧੀਆ ਮੁਲਕ 'ਚ ਜਾਣਾ, ਵਧੀਆ ਜੀਵਨ ਸਿਰਜਣਾ ਤੇ ਜੇ ਉੱਥੇ ਜਾ ਕੇ ਧਾਂਦਲੀਆਂ ਆਪਾਂ ਮਚਾਉਂਦੇ ਆ ਤੇ ਨਾਲ ਫਿਰ ਸਮੇਂ ਦੇ ਰਹਿੰਦਿਆਂ ਜਦੋਂ ਲੋਕ ਕੋਈ ਸਾਵਧਾਨ ਕਰਨ ਦੀ ਕੋਸ਼ਿਸ਼ ਕਰਨ, ਉਹਨਾਂ ਦੇ ਜਾਣੀ ਆਪਾਂ ਚੋਰ ਚੱਕੇ ਹੋਣ ਦੇ ਨਾਤੇ ਵੀ ਚਾਤਰ ਬਣ ਕੇ ਗਾਲ ਪੈਣ ਦੀ ਕੋਸ਼ਿਸ਼ ਕਰਦੇ। ਏਦਾਂ ਵੀ ਹੁੰਦਾ ਰਹਿੰਦਾ, ਹਨਾ। ਜਾਓ ਕਰ ਲਓ ਜੋ ਕਰਨਾ ਜੀ। ਸੋ ਫਿਰ ਜਾਓ ਕਰ ਲਓ ਜੋ ਕਰਨਾ। ਹੋ ਸਕਦਾ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੋਵੇ ਪਰ ਕਿਤੇ ਨਾ ਕਿਤੇ ਜਿਹੜਾ ਜੀ ਫਿਰ ਇਹ ਪੈੜ ਦੱਬੀ ਜਾਂਦੀ ਹੈ ਜ਼ਰੂਰ। ਤੇ ਗੱਲਾਂ ਹੁਣ ਸਾਹਮਣੇ ਆ ਰਹੀਆਂ ਜੀ ਕਾਫੀ। ਜੀ ਜੌਲ ਸਾਹਿਬ, ਆਓ ਫਿਰ ਥੋੜੀ ਜਿਹੀ ਹੁਣ ਝਾਤ ਮਾਰੀ ਜਿੱਥੇ ਦਿਨ ਬਾਈ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ, ਉੱਥੇ ਅਗੇਨ ਇਹ ਸਾਰਾ ਚੇਨ ਰਿਐਕਸ਼ਨ ਹੁੰਦਾ ਹੈ ਜੀ ਡਿਊ ਟੂ ਇਕਨੋਮਿਕ ਅਨਸਰਟਨਸੀਜ਼। ਜਿੱਦਾਂ ਵੋਰ ਹੋ ਰਹੇ ਨੇ ਜਾਂ ਲੜਾਈਆਂ ਹੋ ਰਹੀਆਂ ਨੇ, UK ਨੂੰ ਲੈ ਲਓ, ਚਾਈਨਾ ਨੂੰ ਲੈ ਲਓ, USA ਨੂੰ ਲੈ ਲਓ। ਜਿਹੜੇ ਸਟਾਕ ਮਾਰਕੀਟਸ ਆ ਉਹ ਵੀ ਵੱਡੀ ਤਾਦਾਦ ਦੇ ਵਿੱਚ ਬਰੂਟਲੀ ਸਫਰ ਕਰ ਰਹੇ ਨੇ ਜੀ ਦਿਨ ਬਾਈ ਦਿਨ। ਗਲੋਬਲੀ ਕਹਿ ਲਓ ਸਟਾਕ ਮਾਰਕੀਟਸ ਬਹੁਤ ਵੱਡੀ ਤਾਦਾਦ ਦੇ ਵਿੱਚ ਡਰੋਪ ਹੋ ਰਹੇ ਨੇ ਜੀ। ਹਾਂ ਬਿਲਕੁਲ ਅਰਸ਼, ਇਹ ਡਰੋਪ ਵੈਸੇ ਤਾਂ 5-7, 8-10 ਸਾਲਾਂ ਬਾਅਦ ਕਿਤੇ ਨਾ ਕਿਤੇ ਇਹ ਟ੍ਰੈਂਡ ਆ ਪਿਛਲੀ ਹਿਸਟਰੀ ਦੇ ਵਿੱਚ ਵੀ ਮਾਰਕੀਟਸ ਦੇ ਵਿੱਚ ਰਿਹਾ ਹੀ ਆ। ਪਰ ਇਹ ਕੋਵਿਡ ਦੇ ਸਮੇਂ ਦੇ ਚਲਦਿਆਂ ਵੀ ਦੇਖਿਆ ਸੀ ਲੋਕਾਂ ਨੇ ਵੀ ਸਪੈਸ਼ਲੀ ਜਾਣੀ ਮਾਰਚ 2020 ਤੋਂ ਬਾਅਦ ਇੱਕਦਮ ਜਾਣੀ ਮੈਲਟ ਡਾਊਨ ਸੀਗਾ। ਅੱਧੀ ਕੀਮਤ ਤੇ ਬਹੁਤ ਸਾਰੇ ਸਟਾਕਸ, ਬਹੁਤ ਸਾਰੇ ਇਨਵੈਸਟਰਸ ਉਹਦੇ ਵਿੱਚ ਜ਼ੀਰੋ ਹੋ ਗਏ ਸੀਗੇ। ਕਈਆਂ ਨੇ ਫਿਰ ਦੁਬਾਰਾ ਜਿਹੜਾ ਜੀ ਆਪਣੀਆਂ ਨਵੀਆਂ ਸ਼ੁਰੂਆਤਾਂ ਕੀਤੀਆਂ। ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਇਹ ਪੋਜ਼ੀਟਿਵ ਸਾਈਡ ਨੂੰ ਮਾਰਕੀਟ ਚੱਲਦੀ ਗਈ। ਕਾਫੀ ਜਿਹੜਾ ਕੈਸ਼ ਆ ਉਹ ਪੰਪ ਮਾਰਕੀਟ ਦੇ ਵਿੱਚ ਗਵਰਨਮੈਂਟਸ ਦੇ ਵੱਲੋਂ ਲਗਾਤਾਰ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਜੀ। ਉਹਦੇ ਨਾਲ ਫਿਰ ਜਿਹੜਾ ਜੀ ਵੀ ਇਹ ਆ ਜਿਹੜੇ ਕਈ ਤਰ੍ਹਾਂ ਦੇ ਕਰਜ਼ੇ ਉਹਨਾਂ ਨੇ ਖੋਲੇ ਸੀਗੇ ਵੀ ਲੈ ਲਓ ਜੀ ਹੈਲਪ ਚਾਹੀਦੀ ਆ, ਤੇ ਉਹ ਲੈ ਕੇ ਵੀ ਜਿਨ੍ਹਾਂ ਨੂੰ ਨਹੀਂ ਵੀ ਸੀ ਲੋੜ ਜਾਣੀ ਉਹਨਾਂ ਨੇ ਮਾਰਕੀਟ ਦੇ ਵਿੱਚ ਉਹ ਆਪਣੇ ਜਿੱਤੋਂ ਲਾਏ ਸੀ ਵਧਾਉਣ ਦੇ ਲਈ।
ਉਹ ਹੁਣ ਛੋਟੇ ਇਨਵੈਸਟਰ ਆ ਜਿਹੜੇ ਜੀ ਇੱਕ ਵਾਰ ਫੇਰ ਕਾਫੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਵੀ ਪਈ ਹੋਈ ਆ, ਕਿਉਂਕਿ ਮਾਰਕੀਟ ਜਿਹੜਾ ਉਹਦਾ ਟ੍ਰੈਂਡ ਆ ਨਾ ਵੀ ਪਿਛਲੇ ਮਹੀਨੇ ਕੁ ਤੋਂ ਲਗਾਤਾਰਤਾ ਦੇ ਨਾਲ ਇਹ ਸੰਭਲ ਨਹੀਂ ਰਿਹਾ, ਜਾਣੀ 5 7 10 ਦਿਨ ਡਾਊਨ, ਇੱਕ ਦਾ 2 ਦਿਨ ਵਿੱਚੋਂ ਅਪ, ਤੇ ਕਿਤੇ ਨਾ ਕਿਤੇ ਜਾਣੀ ਕਿ ਲੈ ਦੇ ਕੇ ਇਹ ਡਾਊਨ ਟਰਨ ਆ ਜਿਹੜਾ ਜੀ ਵੀ ਇਹ ਕੱਲ ਬਹੁਤ ਵੱਡਾ ਸੀਗਾ, ਤੇ ਅੱਜ ਵੀ ਮਾਰਕੀਟ ਜਿਹੜੀ ਆ ਇਹ ਇਨਸਟੇਬਿਲਿਟੀ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਰਲਡ ਵਾਈਡ ਵੀ ਦੇਖੀ ਜਾ ਰਹੀ ਆ, ਤੇ ਇੱਥੇ ਜਦੋਂ ਹੁਣ ਮਾਰਕੀਟਸ ਅੱਗੇ ਜਾ ਕੇ ਖੁੱਲਣਗੀਆਂ ਅੱਜ ਜੀ ਤੇ ਇਹ ਨੈਗੇਟਿਵਿਟੀ ਆ ਜਿਹੜੀ ਜੀ ਪੀ ਉਹ ਬਣੇ ਰਹਿਣ ਦੀ ਸੰਭਾਵਨਾ ਉਹਦੇ ਵਿੱਚ ਸਪੈਸ਼ਲੀ ਜਾਣੀ ਕਿ ਇੰਟਰਸਟ ਰੇਟ ਤਾਂ ਚਲੋ ਵਧ ਹੀ ਰਹੇ ਆ ਜੀ, ਇੰਟਰਸਟ ਰੇਟ ਵੈਸੇ ਵਧ ਨਹੀਂ ਰਹੇ, ਇੰਟਰਸਟ ਰੇਟ ਉੱਥੇ ਆ ਰਹੇ ਆ ਜਿੱਥੇ ਇਹ ਕੋਵਿਡ ਤੋਂ ਪਹਿਲਾਂ ਸੀਗੇ। ਕੋਵਿਡ ਦੇ ਕਰਕੇ ਜੋ ਇਕਨੋਮਿਕ ਸਿਚੁਏਸ਼ਨ ਸੀ ਉਹ ਜਾਣੀ ਇੰਟਰਸਟ ਰੇਟ ਘਟਾਏ ਗਏ ਸੀਗੇ ਜੀ, ਤੇ ਹੁਣ ਇਹ ਵਧ ਨਹੀਂ ਰਹੇ, ਇਹ ਦੁਬਾਰਾ ਪੜਾਵਾਰ ਉੱਥੇ ਜਾ ਰਹੇ ਆ ਜਿੱਥੇ ਇਹ ਓਰੀਜਨਲੀ ਸੀਗੇ ਤੇ ਜਿੱਥੇ ਕਿ ਇਹ ਹੋਣੇ ਚਾਹੀਦੇ ਆ ਜੀ। ਇਹਦੇ ਨਾਲ ਹੀ ਵੀ ਜਾਣੀ ਕੁੱਲ ਮਿਲਾ ਕੇ ਆਪਾਂ ਇਹ ਇਕਨੋਮੀ ਦੇ ਵਿੱਚ ਵੀ ਸਲੋ ਡਾਊਨ ਦੇਖ ਰਹੇ ਹਾਂ। ਸਪਲਾਈ ਚੇਨ ਆ ਜਿਹੜੀ ਜੀ ਵੀ ਇਹ ਖਾਸ ਤੌਰ ਤੇ ਚਾਈਨਾ ਦੇ ਵਿੱਚ ਜੋ ਸਿਚੁਏਸ਼ਨ ਬਣੀ ਆ, ਤੇ ਵਰਲਡ ਵਾਈਡ ਜਾਣੀ ਕਿ ਇਹ ਅਸੀਂ ਆਪ ਵੀ ਜਾ ਕੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਲੈ ਕੇ ਇੱਧਰ ਅਲਾਸਕਾ ਵੈਨਕੂਵਰ ਤੱਕ ਵੀ ਦੇਖਦੇ ਹਾਂ ਵੀ ਚਾਈਨੀਜ਼ ਜਿਹੜੀਆਂ ਕਹਿ ਲਓ ਪ੍ਰੋਡਕਸ਼ਨਸ ਹੈਗੀਆਂ ਉਹ ਇੱਥੇ ਸਾਰੇ ਸਟੋਰਾਂ ਦੇ ਵਿੱਚ ਆਮ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਵੱਡਾ ਜਿਹੜਾ ਇੰਪੈਕਟ ਆ ਉੱਥੋਂ ਸਪਲਾਈ ਚੇਨ ਜਦੋਂ ਡਿਸਟਰਬ ਹੁੰਦੀ ਆ ਤੇ ਵਰਲਡ ਦੀ ਇਕਨੋਮੀ ਤੇ ਪੈਣਾ ਹੀ ਹੁੰਦਾ ਜੀ। ਉੱਥੇ ਦੀ ਵੀ ਅਨਸਰਟਨ ਸਿਚੁਏਸ਼ਨ ਕਰਕੇ ਜੀ ਕੁੱਲ ਮਿਲਾ ਕੇ ਜਾਣੀ ਇਹ ਬੇਯਕੀਨੀ ਜਿਹੜੀ ਬੇਭਰੋਸਗੀ ਇਸ ਵੇਲੇ ਪਰਸਿਸਟ ਕਰ ਰਹੀ ਆ ਮਾਰਕੀਟ ਦੇ ਵਿੱਚ, ਲੱਗ ਰਿਹਾ ਵੀ ਇਹ ਨੈਗੇਟਿਵ ਰੁਝਾਨ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਅੱਜ ਤੇ ਕੁੱਲ ਮਿਲਾ ਕੇ ਜਿਹੜਾ ਤੇਲ ਪਿਛਲੇ ਦਿਨਾਂ ਤੋਂ ਅੱਪ ਜਾ ਰਿਹਾ ਸੀ ਉਹਦੇ ਵੀ ਡਾਊਨ ਹੋਣ ਦੀ ਸੰਭਾਵਨਾ ਹੈ। ਸੋ ਡਾਊਨ ਟਰਨ ਇਹ ਜਿਹੜਾ ਜੀ ਵੀ ਹਾਲ ਦੀ ਘੜੀ ਕਾਫੀ ਕਹਿ ਲਓ ਵੀ ਡਿਫਰਿੰਗ ਸਿਚੁਏਸ਼ਨ ਆ, ਖਾਸ ਤੌਰ ਤੇ ਜਿਹੜੇ ਸਮਾਲ ਇਨਵੈਸਟਰਸ ਹੈਗੇ ਆ ਸਟਾਕ ਮਾਰਕੀਟਸ ਦੇ ਵਿੱਚ। ਜੌਲ ਸਾਹਿਬ ਆਓ ਫਿਰ ਲੈਂਦੇ ਆ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਆਪਣੇ ਜੌਲ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਜੌਲ ਸਾਹਿਬ ਟੋਨੀ ਬੋਲਦਾ ਜੀ। ਹਾਂਜੀ ਜੀ ਆਇਆਂ ਨੂੰ ਸਾਡੇ ਸੋਨੀ ਜੀ ਨਾ ਅਸੀਂ ਤੁਹਾਨੂੰ ਜਲਦੀ ਆਪਣਾ ਸਿਟੀ ਦੇ ਵਿੱਚ ਦੇਖਣਾ ਚਾਹੁੰਦੇ ਆ ਜੀ। ਤਿਆਰੀ ਖਿੱਚੋ ਪੂਰੀ, ਆਪਾਂ ਕਾਫੀ ਦੇਰ ਤੋਂ ਇਸ ਚੀਜ਼ ਦੀ ਤਿਆਰੀ ਕਰ ਰਹੇ ਹਾਂ ਤੇ ਐਤਕੀ ਦਾ ਜ਼ਰੂਰ ਆਪਾਂ ਜਿੱਤਣਾ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸੋਨੀ ਜੀ ਤੁਹਾਡੀ ਸਪੋਰਟ ਵਾਸਤੇ। ਤੇ ਇਹ ਹੈ ਜੀ ਵੀ ਅਸੀਂ ਜੋ ਕਰ ਚੁੱਕੇ ਹਾਂ ਆਲਰੇਡੀ 4 ਮਈ ਨੂੰ ਕੈਂਡੀਡੇਸੀ ਫਾਈਲ ਕਰ ਸਕਦੇ ਸੀ ਨੋਮੀਨੇਸ਼ਨ, ਤੇ ਉਹ ਨੋਮੀਨੇਸ਼ਨ ਅਪਰੂਵ ਹੋ ਗਈ ਹੈ ਸਿਟੀ ਦੇ ਵੱਲੋਂ ਜੀ। ਬਾਕੀ ਤੇ ਹੁਣ ਜੋ ਕੁਝ ਕਰਨਾ ਸੀ ਭੈਣ ਭਰਾਵਾਂ ਨੇ, ਤੁਸੀਂ ਆਪ ਲੋਕਾਂ ਨੇ ਕਰਨਾ। ਅਸੀਂ ਕਿਉਂਕਿ ਕੋਈ ਗਰੁੱਪ ਧੜਾ, ਕੋਈ ਪਾਰਟੀਬਾਜੀ, ਕੋਈ ਪਿੰਡ ਦੀ ਰਾਜਨੀਤੀ, ਕੋਈ ਰਿਸ਼ਤੇਦਾਰਾਂ ਦੀ ਇਸ ਤਰ੍ਹਾਂ ਦਾ ਨਹੀਂ ਕੰਮ ਕਰਨਾ ਚਾਹੁੰਦੇ ਆ ਜੀ। ਆਪਾਂ ਪੰਜਾਬ ਦੇ ਵੋਟਰਾਂ ਦਾ ਲੋਕਾਂ ਦਾ ਕਸੂਰ ਕੱਢਦੇ ਆ ਵੀ ਉਹ ਚੰਗੇ ਨਹੀਂ ਹੈਗੇ, ਸਾਨੂੰ ਅਕਲ ਬਹੁਤ ਆ ਵੀ ਅਸੀਂ ਬੈਠ ਰਹੇ ਹਾਂ, ਤੇ ਹੁਣ ਦੇਖਣਾ ਚਾਹੁੰਦੇ ਆ ਵੀ ਆਪਾਂ ਵਾਕਈ ਬੈਠ ਰਹੇ ਆ। ਆਪਾਂ ਗਰੁੱਪਾਂ ਧੜਿਆਂ ਮਗਰ ਨਹੀਂ ਵੋਟਾਂ ਜਾ ਕੇ ਜਾਣੀ ਕਿ ਪਾਉਂਦੇ ਆ, ਕਿ ਜਾਂ ਆਪਾਂ ਫਿਰ ਵਾਕਈ ਉਸ ਵਿਅਕਤੀ ਨੂੰ ਅੱਗੇ ਲਿਆਉਣਾ ਚਾਹੁੰਦੇ ਜਿਹੜਾ ਹੁਣ ਕੱਲ ਇੱਕ ਫੋਨ ਆਇਆ ਸੀ ਅਰਸ਼ੋ, ਕਹਿੰਦੇ ਭੈਣ ਭਰਾ ਕਿ ਤੁਸੀਂ ਸਾਡੀ ਮਦਦ ਕਰੋ ਜੀ, ਅਸੀਂ ਤੁਹਾਡੀ ਮਦਦ ਕਰਾਂਗੇ ਜੀ। ਮੈਂ ਕਿਹਾ ਨਹੀਂ ਜੀ, ਇਹ ਗੱਲ ਠੀਕ ਨਹੀਂ ਹੈ। ਮੇਰੀ ਕਿਸੇ ਨੇ ਇਸ ਕਰਕੇ ਨਹੀਂ ਮਦਦ ਕਰਨੀ ਵੀ ਕਿਉਂਕਿ ਵੀ ਮੈਂ ਵੀ ਉਹਨਾਂ ਦੀ ਮਦਦ ਕੀਤੀ ਆ। ਮੇਰੀ ਕਿਸੇ ਨੇ ਮਦਦ ਇਸ ਕਰਕੇ ਕਰਨੀ ਆ ਵੀ ਜੇ ਤਾਂ ਮੈਂ ਮਦਦ ਦੇ ਕਾਬਿਲ ਲੱਗਦਾ ਉਮੀਦਵਾਰ ਹਾਂ ਤੁਹਾਨੂੰ, ਜੇ ਮੇਰੇ 'ਚ ਜੋ ਕੰਮ ਲਈ ਮੈਂ ਅਪਲਾਈ ਕੀਤਾ ਵੀ ਆਹ ਮੇਰੀ ਪੇਸ਼ ਆ ਜੀ, ਮੈਂ ਇੱਥੇ ਜਾਣਾ ਚਾਹੁੰਦਾ ਤੇ ਆਹ ਤੁਹਾਡੇ ਲਈ ਕਰੂੰਗਾ, ਤੇ ਜੇ ਤੁਹਾਨੂੰ ਲੱਗਦਾ ਕਿ ਵਾਕਈ ਇਹ ਬੈਸਟ ਕੈਂਡੀਡੇਟ ਆ, ਕੰਪੀਟੈਂਟ ਆ, ਤੇ ਤੁਸੀਂ ਮੇਰੀ ਮਦਦ ਕਰੋ ਜੀ। ਤੇ ਜੇ ਮੈਂ ਐਲੀਜੀਬਲ ਹੀ ਨਹੀਂ ਆ, ਮੈਂ ਯੋਗ ਵਿਅਕਤੀ ਨਹੀਂ ਆ, ਭਾਵੇਂ ਮੈਂ ਤੁਹਾਡੀ ਮਦਦ ਕੀਤੀ ਆ, ਪਰ ਤੁਸੀਂ ਮੇਰੀ ਮਦਦ ਨਾ ਕਰੋ। ਜੇ ਤੁਸੀਂ ਇੱਕ ਬੈਟਰ ਕੈਨੇਡਾ ਚਾਹੁੰਦੇ ਹੋ, ਜੇ ਤੁਸੀਂ ਇੱਕ ਬੈਟਰ ਸਿਟੀ ਚਾਹੁੰਦੇ ਹੋ, ਤੇ ਬੰਦ ਕਰ ਦਿਓ ਇਹ ਗੱਲਾਂ ਵੀ ਤੁਸੀਂ ਮੇਰੀ ਮਦਦ ਕਰੋ ਮੈਂ ਤੁਹਾਡੀ ਕਰੋ। ਸਿੱਧੀ ਗੱਲ ਕਰੋ ਵੀ ਭਾਈ ਮਦਦ ਉਹਦੀ ਹੋਏਗੀ ਜਿਹੜਾ ਉਸ ਸੀਟ ਤੇ ਬੈਠਣ ਦੇ ਲਈ ਐਲੀਜੀਬਲ ਵਿਅਕਤੀ ਆ। ਬਿਲਕੁਲ। ਸੋ ਤਦ ਕਰਕੇ ਇਹ ਹੈ ਵੀ ਜਦੋਂ ਆਪਾਂ ਇਹ ਸ਼ਕਲਾਂ ਮਗਰ, ਗਰੁੱਪਾਂ ਮਗਰ, ਝਗੜਿਆਂ ਮਗਰ, ਚੌਧਰੀਆਂ ਮਗਰ, ਉਹ ਚੌਧਰੀ ਤੇ ਚੌਧਰਾਣੀਆਂ ਦੇ ਬੱਚੇ ਤਾਂ ਕਿੱਧਰ ਦੀ ਕਿੱਧਰ ਚਲੇ ਗਏ ਨੌਕਰੀਆਂ ਪ੍ਰਾਪਤ ਕਰਕੇ, ਤੁਹਾਨੂੰ ਕੀ ਮਿਲਿਆ ਅੱਜ ਤੱਕ। ਸੋ ਇਸ ਕਰਕੇ ਗਰੁੱਪਾਂ ਧੜਿਆਂ ਦਾ ਇਹ ਕਲਚਰ ਸਾਨੂੰ ਖਤਮ ਕਰਨਾ ਪਏਗਾ। ਜੋ ਇਹ ਘੁਣ ਤੇ ਸਿਉਂਕ ਇਹਦੇ ਵਿੱਚ ਹੀ ਆ, ਇਹ ਸਾਨੂੰ ਗਲਣਾ ਖਤਮ ਕਰਨਾ ਪਏਗਾ ਤੇ ਨਿਕਲ ਆਈਏ ਬਾਹਰ ਇਹਨਾਂ ਚੀਜ਼ਾਂ ਤੋਂ। ਸੋ ਅਸੀਂ ਤਾਂ ਐਸੀ ਕੋਈ ਗੱਲ ਹੀ ਨਹੀਂ, ਨਾ ਸਾਨੂੰ ਕਿਸੇ ਤਨਖਾਹ ਦੀ ਭੁੱਖ ਹੈ, ਨਾ ਸਾਨੂੰ ਕਿਸੇ ਕੁਰਸੀ ਦੀ ਆਸ ਹੈ। ਅਸੀਂ ਤੇ ਕੁਰਸੀ ਤੋਂ ਬਿਨਾਂ ਹੀ ਜਾਂ ਲਿਸਟਾਂ ਬਣੀਆਂ ਹੋਈਆਂ ਕੀ ਕਰ ਦਿੱਤਾ ਤੇ ਕਰਨਾ ਚਾਹੁੰਦੇ ਆ, ਹਨਾ, ਕੀਤਾ ਹੋਇਆ ਜੀ, ਹੱਥਾਂ ਤੇ ਸਰੋਂ ਜੰਮੀ ਹੋਈ ਆ। ਸੋ ਸਾਡੀ ਮਦਦ ਉਹ ਭੈਣ ਭਰਾ ਕਰੇਗਾ ਜਿਹਨੂੰ ਵਾਕਈ ਲੱਗਦਾ ਵੀ ਇਹ ਵਿਅਕਤੀ ਐਲੀਜੀਬਲ ਆ ਸਾਡੀ ਮਦਦ ਦੇ। ਮਦਦ ਕਰ ਆਪ ਮੁਹਾਰੇ ਕਰ ਲਓ, ਕਰ ਸਕਦੇ ਆ ਤੇ ਕਰ ਦਿਓ, ਨਹੀਂ ਤੇ ਨਾ ਸਹੀ। ਸੋ ਇਸ ਕਰਕੇ ਭੈਣ ਭਰਾਓ ਸਤਿਕਾਰ ਹੈ ਤੁਹਾਡਾ ਸਾਰਿਆਂ ਦਾ। ਅਸੀਂ ਉਦਾਂ ਹੀ ਕੰਮ ਕਰੀ ਜਾ ਰਹੇ ਹਾਂ, ਪਿਛਲੇ ਇੱਕ ਹਿਸਟਰੀ ਆ ਲੰਬੀ, ਹੈ ਨਾ, ਗਾਂਹ ਵੀ ਕਰੀ ਜਾਵਾਂਗੇ। ਪਰ ਇਸ ਵੇਲੇ ਹੁਣ ਜੋ ਅਸੀਂ ਕਰ ਸਕਦੇ ਸੀ ਉਹ ਨੋਮੀਨੇਸ਼ਨ ਫਾਈਲ ਹੋ ਗਈ ਆ। ਗਾਂਹ ਹੁਣ ਜੋ ਕਰਨਾ ਉਹ ਤੁਸੀਂ ਕਰਨਾ, ਤੁਸੀਂ ਕਰਨਾ, ਅਸੀਂ ਕੁਝ ਨਹੀਂ ਕਰਨਾ। ਹੁਣ ਤਾਂ ਤੁਹਾਡਾ ਕੰਮ ਹੈ। ਸੋ ਜੋ ਤੁਸੀਂ ਕਰੋਗੇ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ।
ਤੁਸੀਂ ਜੇ ਇਲੈਕਟ ਕਰ ਲਓਗੇ ਤੁਸੀਂ ਉੱਥੇ ਜਾ ਕੇ ਸਰਵ ਕਰ ਦਿਆਂਗੇ, ਨਹੀਂ ਕਰ ਲਓਗੇ ਤੇ ਜੋ ਸਾਡੇ ਕੋਲ ਅਦਰਵਾਈਜ਼ ਹੋ ਪਾ ਰਿਹਾ ਅਸੀਂ ਫਿਰ ਵੀ ਕਰਦੇ ਹੀ ਰਵਾਂਗੇ। ਐਸੀ ਕੋਈ ਗੱਲ ਹੀ ਨਹੀਂ ਹੈ ਜੀ। ਸੋ ਤਦ ਕਰਕੇ ਕੋਈ ਭੈਣ ਭਰਾ ਇਸ ਕਰਕੇ ਨਾ ਸਾਡੀ ਮਦਦ ਕਰੇ ਵੀ ਹਾਂਜੀ ਕਿਉਂਕਿ ਤੁਸੀਂ ਸਾਡੇ ਲਈ ਆਹ ਕੀਤਾ ਸੀ, ਨਹੀਂ। ਜੇ ਲੱਗਦਾ ਵੀ ਵਾਕਈ ਉੱਥੇ ਜਾ ਕੇ ਵਿਅਕਤੀ ਸਰਵ ਕਰ ਸਕਦਾ, ਇਹ ਸਿੱਟੇ ਸਾਨੂੰ ਅੱਛੇ ਕੱਢ ਕੇ ਦੇ ਸਕਦਾ ਤੇ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ। ਇਸ ਕਰਕੇ ਅਸੀਂ ਕਿਸੇ ਦਾ ਕਦੀ ਵਿਰੋਧ ਕੀਤਾ ਹੀ ਨਹੀਂ ਹੈ ਨਾ। ਅਸੀਂ ਤੇ ਉਦਾਂ ਹੀ ਜਿਹਨਾਂ ਦੀ ਮਦਦ ਕਰਨੀ, ਜੋ ਸਾਡੇ ਕੋਲ ਅੱਖਾਂ ਮੀਟ ਕੇ ਕਈ ਵਾਰ ਉਦਾਂ ਹੀ ਕਰਦੇ ਰਹੀਦਾ, ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡੀ ਮਦਦ ਹੋ ਰਹੀ ਆ। ਕੋਈ ਐਸੀ ਸਾਡੇ ਕੋਲ ਸੈਲਫਿਸ਼ ਇੰਟਰਸਟ ਨਹੀਂ ਆ। ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਤੁਹਾਡਾ, ਤੁਸੀਂ ਸਾਡੇ ਬੜੇ ਪੁਰਾਣੇ ਸਾਥੀ ਹੋ। ਇਸ ਸੀਸ ਝੁਕਦਾ ਤੁਹਾਡੇ ਅੱਗੇ, ਮਿਹਰਬਾਨੀ। ਸਾਰੀ ਕਮਿਊਨਿਟੀ ਅੱਗੇ ਸਾਡਾ ਸੀਸ ਝੁਕਦਾ ਹੈ, ਪਰ ਮਦਦਾਂ ਲੈਣ ਤੇ ਦੇਣ ਦਾ ਫਲ ਨਹੀਂ। ਮਦਦਾਂ ਇਹ ਕੰਪੀਟੈਂਸੀ ਬੇਸਡ ਹੋਣੀਆਂ ਚਾਹੀਦੀਆਂ। ਸੋ ਜਿਹਦੇ ਵਿੱਚ ਕੰਪੀਟੈਂਸੀ ਹੈ ਉਹਨੂੰ ਬਿਨਾਂ ਪਿੱਛਿਆਂ ਦੀ ਮਦਦ ਕਰੋ ਨਾ, ਤੇ ਦੇਖੋ ਫਿਰ ਸਮਾਜ ਗਰਕਣੋਂ ਬਚਦਾ ਕਿ ਨਹੀਂ ਜੀ। ਕੀ ਦਿੰਦਾ ਸਾਡਾ ਕੈਨੇਡਾ ਇੱਥੇ ਆ ਕੇ, ਆਏ ਕਿਉਂ ਸੀ ਇੱਥੇ? ਚੰਗੇ ਵਾਸਤੇ। ਰਹਿ ਗਿਆ ਚੰਗਾ? ਕਿਉਂ ਨਹੀਂ ਰਹਿ ਗਿਆ? ਕੰਧ ਤੇ ਲਿਖਿਆ ਪਰ ਪੜ੍ਹਦੇ ਨਹੀਂ ਆਪਾਂ। ਸੋ ਬੰਦ ਕਰ ਦਿਓ ਇਹ ਗੱਲਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਅਸੀਂ ਤੁਹਾਡੀ ਕਰਾਂਗੇ। ਦੇਖੋ ਤੁਹਾਡੀ ਮਦਦ ਦੇ ਕਾਬਲ ਵਿਅਕਤੀ ਕੌਣ ਹੈ, ਉਹਦੀ ਮਦਦ ਕਰੋ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਛਾਬੜਾ ਸਾਹਿਬ ਦੀ ਗ੍ਰੇਟ ਜੀ, ਸਤਿ ਸ਼੍ਰੀ ਅਕਾਲ। ਜੋਲ ਸਾਹਿਬ ਜਿਹੜੀ ਗੱਲ ਮੈਂ ਕਹਿਣੀ ਤੇ ਭਾਈ ਸਾਹਿਬ ਪਹਿਲਾਂ ਹੀ ਕਹਿ ਗਏ। ਠੀਕ ਹੈ ਜੀ। ਜੋਲ ਸਾਹਿਬ ਉਹ ਬੈਠਕਾਂ ਕੱਢਣ ਲਾ ਜਾਓ, ਇਹ ਤਾਂ ਕੰਮ ਦਾ ਅਸੀਂ ਕਰ ਦੇਣਾ, ਤੁਹਾਡਾ ਕੋਈ ਗੱਲ ਨਹੀਂ। ਬਾਬੇ ਦੀ ਕਿਰਪਾ ਨਾਲ ਤੁਹਾਡੇ ਪਹਿਲਾਂ ਵੀ ਨਾਲ ਹੈ, ਚਾਵਲਾ ਸਾਹਿਬ ਦੇ ਨਾਲ ਹੈ ਜੀ। ਚਾਵਲਾ ਸਾਹਿਬ ਮੈਨੂੰ ਕਦੇ ਪੜ੍ਹਾਈ ਕਰਦੇ ਆ, ਕੜਮ ਚੌਧਰੀ ਹੈ ਜੀ, ਬਚ ਕੇ ਰਹੋ ਇਹਨਾਂ ਤੋਂ। ਸੋ ਹੁਣ ਤਾਜ਼ੀ ਖਬਰ ਹੈ ਜੋਲ ਸਾਹਿਬ ਇਹ ਆਈ ਹੈ ਵੀ ਉਹੀ ਜਿਹੜਾ ਪੰਜਾਬ ਦਾ ਭਾਈ ਭਤੀਜਾ ਦਾ, ਬਾਦਲ ਦਾ ਪੁੱਤ ਭਤੀਜਾ ਦਾ, ਉਹੀ ਇੱਥੇ ਆ ਗਿਆ। ਤੁਸੀਂ ਜ਼ਿਆਦਾ ਜਾਣਦੇ ਆ, ਅਸੀਂ ਥੋੜਾ ਘੱਟ ਜਾਣਦੇ ਕਿ ਉਹ ਸਾਡਾ ਇੱਧਰ ਇਹ ਲਾਈਨ 'ਚ ਸੰਬੰਧ ਹੈ ਨਹੀਂ। ਉਹੀ ਨੋਮੀਨੇਸ਼ਨਾਂ ਜੀ, ਮੇਰਾ ਪੁੱਤ ਹੈ, ਮੇਰੀ ਧੀ ਹੈ, ਮੇਰਾ ਫਲਾਣਾ, ਚਲੋ ਜੀ ਇਹ ਠੀਕ ਹੈ ਜੀ, ਠੀਕ ਹੈ। ਉਹ ਜੋਲ ਸਾਹਿਬ ਦਾ ਉਹੀ ਬੋਲੀ ਜਾਂਦਾ ਜੀ, ਉਹ ਨਹੀਂ ਫਿੱਟ ਹੈਗਾ। ਸੋ ਇਹ ਚੀਜ਼ਾਂ ਅਸੀਂ ਹਟਾਉਣੀਆਂ ਬਸ, ਜਿੰਨੀ ਕਿ ਸਾਡੀ ਉਮਰ ਹੈਗੀ ਜੀ। ਬਹੁਤ ਜਿਹੜੀ ਹੁਣ ਗੱਲ ਇਹ ਨਵੀਂ ਚਲਾਈ ਹੈ ਨਾ ਹੁਣ ਆਪਣੀ ਆਮ ਪਾਰਟੀ ਨੇ, ਉਹ ਕੰਮ ਕਰਨ ਲੱਗਿਆ ਵਿਚਾਰਾ, ਉਹਨੂੰ ਕੰਮ ਕਰ ਨਹੀਂ ਦੇਣਾ। ਉਹੀ ਕਲਮ ਚੌਧਰੀ ਜਾ ਕੇ ਫੋਟੋ ਕਰਾ ਕੇ ਨਾ ਉਹ ਦਿਖਾਉਂਦੇ ਲੋਕਾਂ ਨੂੰ ਮੈਂ ਬੜਾ ਜੀ ਭਗਵਾਨ ਦੇ ਨੇੜੇ। ਉਹ ਤੁਸੀਂ ਐਂ ਦੱਸੋ 17 ਤੋਂ ਲੈ ਕੇ 21 ਤੱਕ ਤੁਸੀਂ ਆਮ ਪਾਰਟੀ ਵਾਸਤੇ ਕਰਿਆ ਵੀ ਹੈ ਕੁਛ? ਹੁਣ ਲੰਗਰ ਹੀ ਖਾਂਦੇ ਰਹੇ ਹੈ ਤੇ ਹੁਣ ਜਾ ਕੇ ਚੁੱਪ ਦਿੱਲੀ ਜਾ ਫੋਟੋ ਕਰਾਉਂਦੇ। ਉਹ ਸਿੱਧਾ ਹੀ ਕਹਿਤਾ ਵੀ ਦਿੱਲੀ ਆਉਣ ਦੀ ਕੋਈ ਲੋੜ ਨਹੀਂ ਭਾਈ ਤੁਹਾਨੂੰ ਕਿਸੇ ਨੂੰ ਵੀ। ਉੱਥੋਂ ਹੀ ਆਪਣੀ ਈਮੇਲ ਭੇਜੋ, ਉੱਥੋਂ ਆਪਣੀ ਪ੍ਰੋਬਲਮ ਭੇਜੋ, ਉੱਥੋਂ ਹੀ ਆਪਣੀ ਸਿਆਹ ਭੇਜੋ, ਅਸੀਂ ਉਹਦੇ ਐਕਸ਼ਨ ਕਰਾਂਗੇ। ਆ ਫੋਟੋਆਂ ਕਰਾ ਕੇ ਸਾਨੂੰ ਬਦਨਾਮ ਨਾ ਕਰੋ। ਸੋ ਜੋਲ ਸਾਹਿਬ ਤੁਸੀਂ ਜਿਹਦਾ ਡਟੇ ਹੋਏ ਹੈ, ਮੈਂ ਹਮੇਸ਼ਾ ਤੁਹਾਡੀ ਬੈਕ ਤੇ ਵੀ ਗੱਲ ਕਰਦਾ ਹੁੰਦਾ, ਕਈ ਸਟੂਡੈਂਟ ਮਿਲਦੇ ਹੁੰਦੇ ਆ, ਮਾਂ ਉਹ ਬੰਦਾ ਤੁਹਾਡੀ ਇੰਨੀ ਮਦਦ ਕਰਦਾ ਹੈ, ਤੁਸੀਂ ਘੜੀ 'ਚ ਉਹਦੇ ਮਗਰ ਪੈ ਜਾਂਦੇ ਆ। ਉਹ ਬੰਦੇ ਨੂੰ ਪਛਾਣੋ, ਉਹਦੀ ਲਿਆਕਤ ਨੂੰ ਪਛਾਣੋ, ਤਾਂ ਤੁਹਾਨੂੰ ਪਤਾ ਲੱਗੂਗਾ ਤੁਹਾਡੀ ਕੌਣ ਕਿੰਨੀ ਮਦਦ ਕਰ ਰਿਹਾ ਹੈ ਜੀ। ਬਹੁਤ ਅਸੀਂ ਜੋਲ ਸਾਹਿਬ ਤੁਹਾਡੇ ਪਿੱਛੋਂ ਵੀ ਆਪਾਂ ਇੱਕ ਮੈਨੂੰ ਮੇਰਾ ਉਹ ਜਿਹੜਾ ਲਾਂਬਾ ਜਾ ਉਹ ਜੋਲ ਸਾਹਿਬ ਯਾਦ ਰੱਖੋ, ਚਾਵਲੇ ਅਜੇ ਤੱਕ ਵਿਆਹ ਦੀ ਪਾਰਟੀ ਨਹੀਂ ਕਰੀ ਆਪਾਂ। ਥੈਂਕ ਯੂ ਵੈਰੀ ਮਚ। ਕੋਈ ਨਹੀਂ ਅਜੇ ਬਾਕੀ ਸਾਹਿਬ ਜੀ, ਕੋਵਿਡ ਨੇ ਪਿੱਛਾ ਨਹੀਂ ਛੱਡਿਆ। ਅਰਸ਼ ਉਡੀਕ ਰਹੇ ਵੀ ਸਮਾਂ ਜਿਹੜਾ ਹੋ ਜਾਏ ਨਾ ਵਧੀਆ ਸਾਜ਼ਗਾਰ, ਤਾਂ ਕਿ ਫਿਰ ਆਪਾਂ ਨੂੰ ਡਰ ਨਾ। ਅੱਜ ਦੇਖੋ ਵੀ ਕਿੰਨਾ ਕੋਵਿਡ ਇੱਕ ਵਾਰ ਫੇਰ ਆ ਬਹੁਤ ਵੱਡੀ ਤਾਦਾਦ ਦੇ ਵਿੱਚ ਆਇਆ ਜੀ। ਸੋ ਉਸ ਲਿਹਾਜ਼ ਨਾਲ ਬੜਾ ਆਪਾਂ ਨੂੰ ਅਵੇਅਰ ਰਹਿਣ ਦੀ ਲੋੜ ਹੈ ਜੀ। ਵੈਸੇ ਜਿਹੜੇ ਸਟੂਡੈਂਟ ਤੇ ਨੌਜਵਾਨ ਜੀ ਵੀ ਜੁੜੇ ਹੋਏ ਆ, ਜੁੜੇ ਵੀ ਬਹੁਤ ਹੋਏ ਨੇ ਭੈਣ ਭਰਾ, ਉਹਨਾਂ ਦਾ ਵੀ ਧੰਨਵਾਦ ਹੈ। ਸੋ ਜਿਨ੍ਹਾਂ ਲੋਕਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਨਹੀਂ ਠੀਕ ਤਰੀਕੇ ਦੇ ਨਾਲ ਚੀਜ਼ਾਂ ਨੂੰ ਸਮਝਣਾ, ਉਹਨਾਂ ਦੇ ਸਿੱਟੇ ਦੇਰ ਸਵੇਰ ਸਾਹਮਣੇ ਆ ਹੀ ਜਾਂਦੇ ਹਨ ਜੀ। ਸੋ ਲੇਕਿਨ ਕਿ ਅਸੀਂ ਆਪਣੀ ਸਾਮੀ ਚਾਲ ਆ ਜਿਹੜੀ ਉਹ ਜਾਰੀ ਰੱਖੀ ਹੈ ਤੇ ਉਹਨੂੰ ਜਾਰੀ ਰੱਖਾਂਗੇ। ਅਸੀਂ ਨਹੀਂ ਡੋਲਾਂਗੇ ਕਦੇ ਵੀ। ਸਾਡੇ ਕੋਲ ਗੁਰੂ ਮਹਾਰਾਜ ਜੀ ਦਾ ਸਿਰ ਤੇ ਹੱਥ ਹੋਣਾ ਚਾਹੀਦਾ ਹੈ ਜੀ। ਉਦਾਂ ਹੀ ਹਿੰਮਤ ਉਪਰਾਲਾ ਬਹੁਤ ਆ ਵੀ ਬਿਨਾਂ ਕਿਸੇ ਕੁਰਸੀ ਤੋਂ ਹੀ ਨਹੀਂ ਮਾਣ ਅਸੀਂ, ਹਨਾ ਜੀ। ਇਹ ਜਿਹੜੇ ਮਤਲਬ ਪ੍ਰਸਤ ਜਾਣੀ ਕਿ ਆਪਣੇ ਟੱਬਰਾਂ ਨੂੰ ਅੱਗੇ ਗਾਂ ਹਨਾ ਏਦਾਂ ਕਰਨ ਵਾਲੇ ਲੋਕ ਤਾਂ ਆਉਂਦੇ ਹੀ ਰਹੇ ਨੇ। ਪਰ ਤੁਸੀਂ ਹੁਣ ਦੇਖੋ ਵੀ ਬਾਰ-ਬਾਰ ਨਾਲੇ ਉਹਨਾਂ ਦੀ ਫਿਰ ਸਪੋਰਟ ਵੀ ਕਰੀ ਜਾਂਦੇ ਹੋ 70 ਸਾਲ ਤੇ ਨਾਲੇ ਕਹੀ ਜਾਂਦੇ ਹੋ ਕਿ ਉਹ ਮਾੜੇ ਲੋਕ ਨੇ। ਇਹ ਗੱਲ ਨਹੀਂ ਫਿਰ ਸਮਝ ਆਉਂਦੀ। ਉੱਥੋਂ ਹੁਣ ਆਪਾਂ ਆ ਗਏ ਆ, ਉਹ ਲੋਕ ਬੜੇ ਸਿਆਣੇ ਆ, ਉਹ ਆਪਣਾ ਚੰਗੇ ਬੁਰੇ ਦਾ ਫੈਸਲਾ ਕਰਨ ਦੇ ਸਮਰੱਥ ਸਮਝੀਏ, ਉਹਨਾਂ ਦੇ ਸਿਆਣਪ ਤੇ ਭਰੋਸਾ ਕਰੀਏ ਤੇ ਘੱਟੋ ਘੱਟ ਆਪਣੀ ਸਿਆਣਪ ਨੂੰ ਘੋਖੀਏ। ਅਸੀਂ ਬੈਠੇ ਇੱਥੇ ਉਹਨਾਂ ਦੀ ਸਿਆਣਪ ਨੂੰ ਘੋਖੀ ਜਾਂਦੇ ਆ ਜੀ। ਇੱਥੇ ਆਪਣੀ ਸਿਆਣਪ ਨੂੰ ਘੋਖੀਏ, ਉਹਨਾਂ ਨੂੰ ਕਹੀ ਜਾਂਦੇ ਬੋਤਲਾਂ ਤੇ ਵਿਕਦੇ ਆ। ਆਪ ਦੇਖ ਲਈਏ ਵੀ ਆਪਾਂ ਤਾਂ ਨਹੀਂ ਬਾਹਰ ਬੇਕੂਆਂ ਵਾਲੀ ਜਗ੍ਹਾ ਭੱਜੇ ਫਿਰਦੇ ਕਿਤੇ। ਆਪ ਤਾਂ ਨਹੀਂ ਕਿਤੇ ਨਿੱਕੀ ਨਿੱਕੀਆਂ ਗੱਲਾਂ ਪਿੱਛੇ ਏਦਾਂ ਜਾਣੀ ਕਿ ਅਸੀਂ ਲਾਈ ਲਾਗੂ ਹੋ ਕੇ ਵੋਟਾਂ ਦਾ ਆਪਣਾ ਗਲਤ ਇਸਤੇਮਾਲ ਕਰਦੇ ਹਾਂ ਜੀ। ਸੋ ਇਹ ਸਾਰਾ ਕੁਝ ਅਸੀਂ ਆਪਣਾ ਆਪ ਵਿਚਾਰੀਏ। ਕੋਈ ਐਸੀ ਗੱਲ ਨਹੀਂ ਕਿ ਨੰਬਰ 1 ਮੁਲਕ ਜਿੱਧਰ ਨੂੰ ਅਸੀਂ ਜਾਈਏ ਵੀ ਉੱਥੇ ਜਾਣੀ ਕਿ ਗਿਰਾਵਟਾਂ ਆਉਣੀਆਂ ਸ਼ੁਰੂ ਹੋ ਜਾਣ ਜੀ। ਅਸੀਂ ਜੇ ਆਪਣਾ ਆਪ ਸੰਭਾਲਣ ਦੇ ਮਤਲਬ ਸਮਰੱਥ ਕਿਰਦਾਰਾਂ ਦੇ ਲੋਕ ਹੋਈਏ
ਤੇ ਇਦਾਂ ਥੋੜਾ ਹੋ ਸਕਦਾ ਵੀ ਬਰੈਂਪਟਨ ਸਾਡੇ ਆਉਣ ਤੋਂ ਪਹਿਲਾਂ ਠੀਕ ਸੀ, ਹੁਣ ਸਾਡੇ ਆਉਂਦਿਆਂ ਗਾਂ ਅਸੀਂ ਜਾਣੀ ਕੰਪਲੇਂਟੇ ਕਰੀ ਜਾਂਦੇ ਵੀ ਬਰੈਂਪਟਨ ਮਾੜਾ ਸ਼ਹਿਰ ਹੈ, ਤੇ ਨਾਲ ਸਾਨੂੰ ਪਤਾ ਨਹੀਂ ਲੱਗਦਾ ਵੀ ਮਾੜਾ ਕਿੱਦਾਂ ਹੋ ਗਿਆ ਹਨਾ। ਅਸੀਂ ਥੋੜਾ ਜਿਹਾ ਅੰਦਰੋਂ ਸ਼ੁਰੂ ਕਰਨਾ ਸੁਧਾਰਾਂ ਦਾ ਕੰਮ, ਤੇ ਬਾਹਰ ਆਪੇ ਸੁਧਰਦਾ ਨਜ਼ਰ ਆਊਗਾ। ਸਿੰਪਲ ਇਜ਼ ਦੈਟ ਜੀ। ਜੌਲ ਸਾਹਿਬ ਸਾਡੇ ਨਾਲ ਇੱਕ ਲਾਸਟ ਕਾਲ ਨੇ, ਆਪਾਂ ਵਾਈਂਡ ਅਪ ਕਰਦੇ। ਸਤਿ ਸ਼੍ਰੀ ਅਕਾਲ ਜੀ। ਅਰਸ਼ੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਅਰਸ਼ੀ ਜੀ ਮੈਂ ਲਖਵਿੰਦਰ ਮਲਤਾਨੀ ਬੋਲ ਰਿਹਾ। ਮੈਂ ਜੋਲ ਭਾਜੀ ਨੇ ਜਿੰਨੀਆਂ ਪਿੱਛੇ ਗੱਲਾਂ ਕੀਤੀਆਂ ਨਾ, ਬਹੁਤ ਮੈਂ ਇਹਨਾਂ ਨਾਲ ਸਹਿਮਤ ਹਾਂ। ਸਹੀ ਗੱਲ ਹੈ ਇਹਨਾਂ ਦੀ, ਇਹਨਾਂ ਨੂੰ ਮੈਂ ਐਪਰੀਸ਼ੀਏਟ ਕਰਦਾ, ਬਹੁਤ ਨੌਲੇਜ ਇਹਨਾਂ ਨੂੰ ਜੀ। ਥੈਂਕ ਯੂ ਭਾਜੀ, ਮੈਂ ਇਹੀ ਐਪਰੀਸ਼ੀਏਟ ਹੀ ਕਰਨਾ ਸੀਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੁਲਤਾਨੀ ਸਾਹਿਬ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਸਰ ਜੀ। ਜੀ ਜੀ ਮੁਲਤਾਨੀ ਸਾਹਿਬ, ਥੈਂਕ ਯੂ ਸੋ ਮਚ। ਜੌਲ ਸਾਹਿਬ ਕੁਇਕਲੀ ਆਪਾਂ ਕੈਚ ਅਪ ਕਰ ਲਈਏ ਜੀ। ਓਨਟਾਰੀਓ ਦੇ NDP ਲੀਡਰ ਐਂਡਰੀਆ ਹੋਰਵੈਥ ਅਤੇ ਗ੍ਰੀਨ ਪਾਰਟੀ ਲੀਡਰ ਮਾਈਕ ਸ਼ਨਾਈਡਰ ਦੋਨਾਂ ਜਿਹੜੇ ਪ੍ਰੋਵਿੰਸ਼ੀਅਲ ਜਿਹੜੇ ਲੀਡਰਸ ਨੇ ਜੀ, ਉਹ ਪੋਜ਼ਿਟਿਵਲੀ ਟੈਸਟ ਹੋ ਚੁੱਕੇ ਨੇ ਜੀ ਕੋਵਿਡ ਲਈ। ਐਂਡ ਹਾਲੇ ਉਹ ਆਨਲਾਈਨ ਵਰਚੁਅਲੀ ਆਪਣਾ ਕੈਂਪੇਨ ਆਈਸੋਲੇਟ ਕਰ ਰਹੇ ਨੇ, ਸੈਲਫ ਆਈਸੋਲੇਟਿੰਗ ਕਰ ਰਹੇ ਨੇ ਜੀ। ਉੱਥੇ ਜੇ ਆਪਾਂ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਦੀ ਗੱਲਬਾਤ ਕਰੀਏ, ਉਹਨਾਂ ਦੀ ਰਿਪੋਰਟਸ ਨੈਗੇਟਿਵ ਆਏ, ਤੇ ਹਾਲੇ ਡਗ ਫੋਰਡ ਦਾ ਹਾਲੇ ਕੁਝ ਪਤਾ ਨਹੀਂ ਜੀ, ਪਰੰਤੂ ਫਿਲਹਾਲ ਹੀ ਅੱਜ ਇੱਥੇ ਐਡਵਾਂਸ ਪੋਲ ਖੁੱਲ ਚੁੱਕੇ ਨੇ ਜੀ। ਉੱਥੇ ਇਹ ਸਾਰੇ ਦੇ ਸਾਰੇ ਜਿਹੜੇ ਲੀਡਰਸ ਨੇ, ਅੱਧੇ ਤੋਂ ਜ਼ਿਆਦਾ ਤਾਂ ਵਰਚੁਅਲੀ ਆਪਣਾ ਟੂਰ ਕਰ ਰਹੇ ਨੇ। ਹਾਂ ਯੈਸ ਸਰ, ਟੂਰ ਵੈਸੇ ਉਹ ਲਿਖੇ ਹੋਏ ਸੀਗੇ। ਐਂਡਰੀਆ ਹੋਰਵੈਥ ਤੇ ਨਾਰਥ ਦੇ ਵਿੱਚ ਗਏ ਹੋਏ ਸੀਗੇ। ਉਹ ਸਾਰਾ ਖਟਾਈ ਦੇ ਵਿੱਚ ਕਹਿ ਲਓ ਵੀ ਪੋਜ਼ਿਟਿਵ ਟੈਸਟ ਹੋਣ ਤੋਂ ਬਾਅਦ ਪੈ ਗਿਆ, ਪਰ ਸਿਹਤ ਸਾਰਿਆਂ ਦੀ ਠੀਕ ਆ ਨਾ, ਜਿੰਨੇ ਬਿਲਕੁਲ ਜੀ। ਐਂਡਰੀਆ ਹੋਰਵੈਥ ਭਾਵੇਂ ਹੋਏ ਆ ਪੋਜ਼ਿਟਿਵ, ਜਾਂ ਮਾਈਕ ਸ਼ਰਾਈਨਰ ਹੋਏ ਆ ਗ੍ਰੀਨ ਪਾਰਟੀ ਤੋਂ, ਵੀ ਉਹਨਾਂ ਦੋਨਾਂ ਦਾ ਕਹਿਣਾ ਸਾਨੂੰ ਸਿੰਪਟਮ ਕੋਈ ਨਹੀਂ ਹੈਗਾ, ਪਰ ਕਿਉਂਕਿ ਸੈਲਫ ਆਈਸੋਲੇਸ਼ਨ ਐਜ਼ ਪਰ ਰੂਲਸ ਕਰਨਾ ਪੈਣਾ ਤੇ ਉਹ ਕਰਨਗੇ। ਤੇ ਫਿਰ ਜਿਹੜੇ ਇਨ ਪਰਸਨ ਸਾਰੇ ਉਹਨਾਂ ਨੇ ਆਪਣੇ ਪ੍ਰੋਗਰਾਮ ਕੈਂਸਲ ਕਰਕੇ ਜਾਣੇ, ਉਹਨਾਂ ਨੂੰ ਵਰਚੁਅਲੀ ਕਰਨ ਦੀ ਕੋਸ਼ਿਸ਼ ਹੈ। ਇਹਦੇ ਨਾਲ ਹੀ ਸਟੀਵਨ ਡੈਲ ਡੂਕਾ ਉਹਨਾਂ ਨੇ ਵੀ ਰਿਪੋਰਟ ਕਰਤਾ ਵੀ ਨੈਗੇਟਿਵ ਆਇਆ ਉਹਨਾਂ ਦਾ ਕੋਵਿਡ ਟੈਸਟ, ਤੇ ਐਜ਼ ਪਰ ਪ੍ਰੋਗਰਾਮ ਅੱਜ ਮਿਸਿਸਾਗਾ ਦੇ ਵਿੱਚ, ਤੇ ਬਾਕੀ ਸਾਰਾ ਸਕੈਜੂਲ ਆਪਣਾ ਉਹ ਫੋਲੋ ਕਰਨਗੇ। ਤੇ ਡਗ ਫੋਰਡ ਜਿਹੜੇ ਆ ਜੀ ਵੀ ਉਹ ਵੀ ਆਪਣਾ ਅੱਜ ਦਾ ਸਕੈਜੂਲ ਜਿਹੜਾ ਐਜ਼ ਪਰ ਪਲੈਨਿੰਗ ਉਹ ਕਰਨਗੇ। ਸੋ ਵੀ ਕੋਵਿਡ ਟੈਸਟ ਉਹਨਾਂ ਨੇ ਕਰਾਇਆ ਕਿ ਨਹੀਂ ਇਹ ਜੇ ਸਪਸ਼ਟ ਨਹੀਂ ਹੋਇਆ। ਸੋ ਲੇਕਿਨ ਕਿ ਅੱਜ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਲੈਕਸ਼ਨ ਤੁਹਾਨੂੰ ਪਤਾ ਵੀ ਕਾਫੀ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਸਾਰੇ ਹਲਕਿਆਂ ਦੇ ਵਿੱਚ ਜਾਰੀ ਹੈ, ਪਰ ਆਲ ਆਫ ਸਡਨ ਜਾਣੀ ਇਹ ਕੋਵਿਡ ਨੇ ਆਪਣਾ ਛਾਪਾ ਜਿਹੜਾ ਲੀਡਰਸ਼ਿਪ ਤੇ ਮਾਰਿਆ। ਸੋ ਲੱਗਦਾ ਲੇਕਿਨ ਕਿ ਜੀ ਵੀ ਸਾਰੇ ਹੈਲਦੀ ਇਸ ਦੇ ਵਿੱਚੋਂ ਬਾਹਰ ਆਉਣਗੇ ਲੀਡਰ ਸਾਹਿਬਾਨ ਦੁਬਾਰਾ ਫਿਰ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਅਰਸ਼ ਜੇ 1 ਮਿੰਟ ਹੋਵੇ ਤੇ ਗੱਲ ਜੇ ਰਹਿ ਗਈ ਨਾ, ਕਿਉਂਕਿ ਉਹਨਾਂ ਨੂੰ ਲੱਗੇਗਾ ਭੈਣ ਭਰਾਵਾਂ ਨੂੰ ਵੀ ਇਹ ਕੀਤੀ ਨਹੀਂ। ਆਪਾਂ ਨੇ ਸ਼ੁਰੂ ਚੋਂ ਟਾਈਮ ਥੋੜਾ ਜ਼ਿਆਦਾ ਲਾਤਾ ਇਸ ਲਾਈਨ ਤੇ, ਪਰ ਇੰਨਾ ਕੁ ਦੱਸਣਾ ਜ਼ਰੂਰੀ ਆ ਵੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਪਿਛਲੇ 2 ਸਾਲਾਂ ਤੋਂ ਇਸ ਸਕੈਂਡਲ ਤੇ ਜਾਂਚ ਕਰ ਰਹੇ ਸੀਗੇ, ਤੇ ਫਿਰ ਉਹਨਾਂ ਨੇ ਕੱਲ ਅੱਧੀ ਦਰਜਨ ਗ੍ਰਿਫਤਾਰੀਆਂ ਦਾ ਐਲਾਨ ਕੀਤਾ। ਹਾਂਜੀ ਹਾਂਜੀ ਹਾਂਜੀ। ਇਹਦੇ ਵਿੱਚ ਜਿਹੜਾ ਹੁਣ ਵੀ ਇਹ ਕਮਿਊਨਿਟੀ ਦੇ ਵਿੱਚ ਆਪਾਂ ਗੱਲਾਂ ਹੀ ਕਰੀ ਜਾਂਦੇ ਆ, ਤੇ ਸਹੀ ਜਗ੍ਹਾ ਤੇ ਜਦੋਂ ਰਿਪੋਰਟ ਨਹੀਂ ਕਰਦੇ, ਯਾਨੀ ਕਿ ਸੂਲ ਨੂੰ ਜੰਮਦੀ ਨੂੰ ਉਹਦਾ ਸਿਰ ਨਹੀਂ ਮਿੱਧਦੇ, ਤੇ ਫਿਰ ਉਹ ਕੰਡਿਆਂ ਦਾ ਬਹੁਤ ਵੱਡਾ ਛਾਪਾ ਬਣ ਜਾਂਦਾ ਜਿਹੜਾ ਚੋਰ ਚੱਕਾ ਹੁੰਦਾ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ। ਫਿਰ ਹੁਣ ਇਹਨੇ 6 ਜਿਹੜੇ ਇਹ ਨਾਂ ਰਿਲੀਜ਼ ਕੀਤੇ ਆ, ਤੇ ਬੜੇ ਭਾਗ ਲੱਗੇ ਹੋਏ ਆ ਨਾਵਾਂ ਨੂੰ। ਇੱਕ ਗੁਰਵਿੰਦਰ ਸਿੰਘ ਜੀ ਆ, ਗੁਰਪ੍ਰੀਤ ਸਿੰਘ ਜੀ ਆ, ਜਗਜੀਤ ਦਿਓਲ ਹੈ, ਚਰਨਜੀਤ ਕੌਰ ਦਿਓਲ ਹੈ, ਮਤਲਬ ਪਰਿਵਾਰਾਂ ਦੇ ਪਰਿਵਾਰ ਹਨ। ਹਨੀਫਾ ਖੋਖਰ ਹੈ, 2 ਬੀਬੀਆਂ ਜਾਣੀ 6 ਦੇ ਵਿੱਚ। ਆਪਾਂ ਉਹ ਸੰਤ ਸਿੰਘ ਜੀ ਮਸਕੀਨ ਕਹਿੰਦੇ ਕਿ ਹੋਵੇ ਕੋਈ ਵੀ ਹੱਥ ਪੈਣ ਦੀ ਗੱਲ ਆ। ਹਨੀਫਾ ਖੋਖਰ ਜੀ ਦੇ ਨਾਲ ਮੁਹੰਮਦ ਖੋਖਰ ਆ, ਤੇ ਉਹ ਜਿਹੜਾ ਡਰਾਮਾ ਸੀਗਾ ਜਾਣੀ ਟਰਾਂਸਲੇਸ਼ਨ ਗਲਤ ਕਰਨੀਆਂ, ਵੀ ਮਿਲ ਜੁਲ ਕੇ ਬਾਹਰੋਂ ਹਨਾ ਤੇ ਅੰਦਰ ਜਾ ਕੇ ਟੈਸਟ ਕਰਾਉਣਾ ਪਾਸ ਵਗੈਰਾ, ਉਹ ਸਾਰੇ ਸਕੈਂਡਲ ਜਿਹੜੇ ਬੇਨਕਾਬ ਹੋਏ ਆ। ਤੇ ਹੁਣ ਇਹਦੇ ਨਾਲ ਹੀ ਫਿਰ ਜਿੱਥੇ ਇਹ 6 ਤਾਂ ਅਰੈਸਟ ਹੋਈਆਂ, ਨਾਲ ਉਹ ਕਹਿੰਦੇ ਵੀ 200 ਲਾਇਸੈਂਸ ਆਇਡੈਂਟੀਫਾਈ ਕੀਤੇ ਗਏ ਆ ਟਰੱਕਾਂ ਦੇ ਜਾਂ ਬੱਸਾਂ ਦੇ, ਟਰੱਕਾਂ ਦੇ ਮੇਨਲੀ, ਤੇ ਜਿਹੜੇ ਕਿਸੇ ਜਾਲੀ ਤਰੀਕੇ ਦੇ ਨਾਲ ਇਸ ਸਕੈਂਡਲ ਦੇ ਵਿੱਚ ਇਹਨਾਂ ਨੇ ਬਣਵਾ ਕੇ ਦਿੱਤੇ ਹੋ ਸਕਦੇ ਆ। ਤੇ ਉਹ ਜਿਹੜੀ ਮਿਨਿਸਟਰੀ ਨੂੰ ਇਨਫੋਰਮ ਕਰ ਦਿੱਤਾ ਗਿਆ ਵੀ 200 ਲਾਇਸੈਂਸ ਉਹ ਕੌਣ ਵਿਅਕਤੀ ਆ। ਉਹ ਲਾਇਸੈਂਸ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜ਼ਬਤ ਵੀ ਹੋਣੇ ਆ, ਤੇ ਲੱਗਦਾ ਵੀ ਜੇ ਜਾਣੀ ਇਹ ਸਿਉਂਕ ਤੇ ਘੁਣ ਨੂੰ ਹੱਥ ਪਾਇਆ ਜਾਵੇ ਤੇ ਗਾਂਹ ਤੋਂ ਗਾਂਹ ਕਾਫੀ ਪੋਲ ਆ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ, ਤੇ 2000 ਵੀ ਇਹੋ ਜਿਹੇ ਜਿਹੜੇ ਜੀਪੀ ਲਾਇਸੈਂਸ ਉਹ ਸਾਹਮਣੇ ਆ ਸਕਦੇ। ਪਰ ਇਨਵੈਸਟੀਗੇਸ਼ਨ ਫਰਦਰ ਜਿਹੜੀ ਇਸ ਸਿਲਸਿਲੇ ਦੇ ਵਿੱਚ ਅੱਗੇ ਜਾਰੀ ਹੈ ਜੀ। ਸੋ ਤਦੇ ਅਸੀਂ ਆਪਾਂ ਕਹਿੰਦੇ ਹਾਂ ਜੀ ਵੀ ਉਹ ਸਿਆਣੇ ਕਹਾਵਤਾਂ ਬਣਾ ਗਏ ਆ ਵੀ 100 ਦੇ ਨਿਚੋੜ ਦੇ ਹਨਾ, ਪਰ ਇਹ ਕੈਨੇਡਾ ਆ ਜੀ। ਸਿਸਟਮ ਵਰਕ ਕਰਦਾ, ਪਰ ਲੋਕ ਕਿਉਂਕਿ ਸਹਿਯੋਗ ਨਹੀਂ ਦਿੰਦੇ ਪੂਰਾ ਸਿਸਟਮ ਦਾ, ਜਿਸ ਕਰਕੇ ਵੀ ਇਹ ਸਿਉਂਕ ਤੇ ਘੁਣ ਵੱਧਦੀ ਰਹਿੰਦੀ ਹੈ। ਸਾਨੂੰ ਥੋੜਾ ਜਿਹਾ ਆਪਾਂ ਵਿਚਾਰਨ ਦੀ ਲੋੜ ਆ ਵੀ ਆਲੇ ਦੁਆਲੇ ਦੇ ਵਿੱਚ ਜੇ ਸਿਉਂਕ ਤੇ ਘੁਣ ਰੋਕਣਾ ਹੈ ਵਧਣੋਂ, ਤੇ ਫਿਰ ਰਿਪੋਰਟ ਕਰਨਾ ਪਏਗਾ, ਗੱਲਾਂ ਤੋਂ ਵੱਧ ਕੁਝ ਵੱਧ ਜ਼ਿਆਦਾ ਕਰਕੇ ਦਿਖਾਉਣਾ ਪਏਗਾ ਭੈਣ ਭਰਾਵਾਂ ਨੂੰ ਜੀ। ਜੌਲ ਸਾਹਿਬ ਥੈਂਕ ਯੂ ਸੋ ਮਚ ਫॉर योर टाइम, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸ, ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।